ਹਾਂਜੀ, ਸਤਿ ਸ੍ਰੀ ਅਕਾਲ ਸਾਰਿਆਂ ਨੂੰ ਜੀ। ਇੱਕ ਨਾ ਆਪਾਂ ਫੇਸਬੁੱਕ 'ਤੇ ਵੀ ਆਉਂਦਾ ਕਈ ਵਾਰ, ਜ਼ਿਆਦਾਤਰ ਯੂਟਿਊਬ 'ਤੇ ਹਰਨੇਕ ਨੇਕੀ ਦਾ ਰੇਡੀਓ ਵਿਰਸਾ ਪ੍ਰੋਗਰਾਮ ਹੁੰਦਾ ਹੈ, ਅਤੇ ਜਿਹਦੇ ਵਿੱਚ ਉਹਦੇ ਨਾਲ ਵਿਚਾਰਾਂ ਕਰਦੇ ਨੇ ਲੋਕ। ਅਤੇ ਕਈ ਵਾਰ ਇੰਨੀ ਬਹਿਸ ਹੋ ਜਾਂਦੀ ਹੈ ਅਤੇ ਬਹਿਸ ਦੇ ਵਿੱਚ ਉਹ ਬੰਦਾ ਨਾ ਪੂਰੀ ਗੱਲ ਨਹੀਂ ਕਰ ਸਕਦਾ ਅਤੇ ਕਿਸੇ ਗੱਲ ਨੂੰ ਕਿਸੇ ਟਿਕਾਣੇ ਨਹੀਂ ਲਾਉਂਦਾ। ਅਤੇ ਆਪਾਂ ਕਈ ਵਾਰੀ ਹੈਰਾਨ ਹੁੰਦੇ ਉਹਦੀ ਗੱਲਾਂ ਸੁਣ ਕੇ ਵੀ ਯਾਰ ਬੰਦੇ ਨੇ ਜੇ ਗੱਲ ਕਰੀ ਉਹਦੀ ਗੱਲ ਦਾ ਜਵਾਬ ਤਾਂ ਦੇਵੇ ਕੋਈ। ਸੋ ਆਓ ਆਪਾਂ ਉਹਦੇ ਬਾਰੇ ਵਿਚਾਰ ਕਰੀਏ, ਭਾਈ ਸਾਹਿਬ ਤੋਂ ਸੁਣੀਏ। ਇਹ ਭਾਈ ਸਾਹਿਬ ਨੇ ਕਿਹਾ ਹੈ ਕਿ ਹਰਨੇਕ ਨੇਕੀ ਇੱਕ ਵਿਰਸਾ ਰੇਡੀਓ ਹੈ ਜੋ ਕਿ ਕਾਫੀ ਸਮੇਂ ਤੋਂ ਚਲਾ ਰਿਹਾ ਹੈ। ਠੀਕ ਹੈ, ਸਾਨੂੰ ਉਹਨਾਂ ਬਾਰੇ ਗੱਲ ਵਿਚਾਰ ਵੀ ਕਰਦੇ ਰਹਿਣਾ ਚਾਹੀਦਾ ਹੈ। ਹਰ ਇੱਕ ਪਾਸੇ ਇੱਕ ਪਹਿਲੂ 'ਤੇ ਗੱਲ ਕਰਨੀ ਚਾਹੀਦੀ ਹੈ। ਜਦੋਂ ਆਪਾਂ ਧਾਰਮਿਕ ਵਿਰਸਾ ਆ ਗਿਆ, ਧਾਰਮਿਕ ਗੱਲ ਆਪਾਂ ਕਰ ਰਹੇ ਹਾਂ, ਅਤੇ ਸਾਨੂੰ ਇਹ ਸੋਚਣਾ ਔਰ ਵਿਚਾਰਨਾ ਵੀ ਚਾਹੀਦਾ ਹੈ। ਠੀਕ ਹੈ, ਆਪਾਂ ਪਖੰਡ ਦੇ ਖਿਲਾਫ ਬੋਲਣਾ ਚਾਹੀਦਾ ਹੈ। ਇਹ ਵੀ ਹਰਨੇਕ ਨੇਕੀ ਜੀ ਦੀ ਬਹੁਤ ਵਧੀਆ ਉਪਰਾਲਾ ਹੈ ਕਿ ਉਹ ਜਿਹੜਾ ਪਖੰਡ ਦੇ ਖਿਲਾਫ ਬੋਲ ਰਿਹਾ ਹੈ, ਬੋਲਣਾ ਚਾਹੀਦਾ ਵੀ ਹੈ। ਕਿਉਂਕਿ ਅੱਜ ਦਾ ਜਿਹੜਾ ਸਾਡਾ ਗੁਰਬਾਣੀ ਨੂੰ ਲੈ ਕੇ, ਗੁਰਬਾਣੀ ਨੇ ਆਪਾਂ ਛੱਡ ਦਿੱਤੀ ਹੈ, ਆਪਾਂ ਇਤਿਹਾਸ ਦੇ ਪਿੱਛੇ ਲੱਗ ਗਏ ਹਾਂ। ਜਿਹੜਾ ਇਤਿਹਾਸ ਹੈ, ਇਤਿਹਾਸ ਤਾਂ ਕੁਛ ਸਹੀ ਹੈ ਕੁਛ ਨਹੀਂ ਹੈ। ਇਤਿਹਾਸ ਦੇ ਨਾਲ ਸਾਡਾ ਲਿੰਕ ਇੰਨਾ ਨਹੀਂ ਹੁੰਦਾ, ਕਿਉਂਕਿ ਇਤਿਹਾਸ ਕਦੋਂ ਕੀ ਕੀਤਾ ਹੈ, ਕੀ ਹੋਇਆ, ਕੀ ਕੀਤਾ ਹੈ, ਉਹਦੇ ਜੋ ਬੁੱਕਾਂ 'ਚ ਲਿਖਣ ਵਾਲੇ ਨੇ ਇਤਿਹਾਸ, ਉਹਨੇ ਕੀ ਸਹੀ ਲਿਖਿਆ ਕੀ ਗਲਤ ਲਿਖਿਆ, ਕੁਛ ਆਪਣੇ ਵੱਲੋਂ ਮਿਲਾਤਾ, ਉਹ ਸਾਰਾ ਕੁਛ ਝੂਠ ਔਰ ਸੱਚ ਨਹੀਂ ਹੁੰਦਾ। ਪਰ ਜਿਹੜਾ ਗੁਰਬਾਣੀ ਹੈ ਸਾਡੇ ਕੋਲ, ਉਹ ਸਾਡੇ ਪੁਰਖਿਆਂ ਨੇ ਆਪਣੀ ਹੋਂਦ 'ਚ ਲਿਖਾਈ ਹੈ। ਔਰ ਜਿਹੜੀ ਬਾਣੀ ਪਰਮੇਸ਼ਰ ਨੇ ਬੁਲਾਈ ਹੈ, ਚਾਹੇ ਉਹ ਕਬੀਰ ਜੀ ਤੋਂ ਬੁਲਵਾ ਲਈ, ਚਾਹੇ ਰਵਿਦਾਸ ਤੋਂ ਬੁਲਵਾ ਲਈ, ਚਾਹੇ ਧੰਨਾ ਜੀ ਤੋਂ ਬੁਲਵਾ ਲਈ, ਚਾਹੇ ਸਦਨਾ ਜੀ ਤੋਂ ਬੁਲਵਾ ਲਈ, ਕਿਸੇ ਤੋਂ ਵੀ ਬੁਲਵਾਈ, ਬਾਣੀ ਹਰ 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 ਪ੍ਰਭ ਤੇਰੀ, ਸੁਣ ਸੁਣ ਹੋਵੈ ਪਰਮਗਤ ਮੇਰੀ। ਉਸ ਧੁਰਕੀ ਬਾਣੀ ਨੇ, ਜਿਹੜੀ ਬਾਣੀ ਨਾਨਕ ਦੇ ਜਰੀਏ, ਕਬੀਰ ਦੇ ਜਰੀਏ, ਪਰਮੇਸ਼ਰ ਕੀ ਬਾਣੀ ਹੈ, ਨਾ ਕਬੀਰ ਕੀ ਬਾਣੀ ਹੈ, ਨਾ ਰਵਿਦਾਸ ਕੀ ਹੈ, ਨਾ ਨਾਨਕ ਕੀ ਹੈ, ਨਾ ਕਿਸੇ ਹੋਰ ਦੀ। ਪਰਮੇਸ਼ਰ ਨੇ ਜੀ ਤੋਂ ਮਰਜ਼ੀ ਬੁਲਵਾ ਲਈ, ਆਪਣਾ ਸੰਦੇਸ਼ ਸੀ ਜਿਹਦੇ ਜਰੀਏ ਮਰਜ਼ੀ ਹੀ ਦਿਲਵਾਤਾ। ਹੁਣ ਭਾਈ ਸਾਹਿਬ ਨੇ ਗੱਲ ਕਰੀ ਹੈ ਹਰਨੇਕ ਨੇਕੀ ਦੀ। ਹਰਨੇਕ ਨੇਕੀ ਦੀ ਜਿਹੜੀ ਗੱਲ ਕਰ ਰਹੇ ਹਨ, ਉਹ ਗੁਰਬਾਣੀ 'ਤੇ ਉਹਨਾਂ ਨੂੰ ਸਾਡੀ ਬੇਨਤੀ ਹੈ ਕਿ ਉਹ ਗੁਰਬਾਣੀ 'ਤੇ ਹੀ ਜ਼ੋਰ ਦੇਣ। ਕਿਉਂਕਿ ਅਸੀਂ ਨਾਨਕ ਜੀ ਤੋਂ ਲੈ ਕੇ, ਕਬੀਰ ਜੀ ਤੋਂ ਲੈ ਕੇ, ਧਰੁਵ ਪ੍ਰਹਲਾਦ ਜੀ ਤੋਂ ਲੈ ਕੇ ਦਸ਼ਮੇਸ਼ ਜੀ ਤੱਕ, ਸਾਰੇ ਜਿਹੜੇ ਸਾਡੇ ਪੁਰਖੇ ਨੇ, ਜਿਹੜੇ ਸਾਡੇ ਵੱਡੇ ਨੇ, ਉਹ ਸਹੀ ਔਰ ਸੱਚ ਸਾਨੂੰ ਸੰਦੇਸ਼ ਦੇ ਕੇ ਗਏ ਨੇ। ਉਸ 'ਚ ਕੋਈ ਦੋ ਰਾਏ ਨਹੀਂ, ਉਸ 'ਚ ਆਪਾਂ ਕੋਈ ਕਿੰਤੂ ਪਰੰਤੂ ਨਹੀਂ ਕਰ ਸਕਦੇ। ਪਰ ਜਿਹੜੀ ਗੁਰਬਾਣੀ ਹੈ ਉਹ ਸੱਚ ਹੈ, ਸੱਚ ਹੈ। ਜਿਹੜਾ ਸਾਡੇ ਕੋਲ ਦਰਜ ਹੈ ਪੋਥੀ ਸਾਹਿਬ ਦੇ ਅੰਦਰ, ਪੋਥੀ ਪਰਮੇਸ਼ਰ ਕਾ ਥਓ, ਉਸ ਦੇ ਅੰਦਰ ਦਰਜ ਹੈ, ਉਹ ਉੱਤਮ ਔਰ ਸ੍ਰੇਸ਼ਟ ਹੈ। ਉਸ 'ਤੇ ਆਪਾਂ ਕੋਈ ਕਿੰਤੂ ਪਰੰਤੂ ਨਹੀਂ ਕਰਦੇ। ਉਹ ਸੱਚ ਸੱਚ ਹੈ। ਜੋ ਉਹਦੇ ਨਾਲ ਜੁੜੇਗਾ ਉਹਨੂੰ ਮੰਨੇਗਾ। ਪੜ੍ਹਨ ਦੀ ਗੱਲ ਨਹੀਂ ਵੀ ਉਹਨੂੰ ਪੜ੍ਹੇਗਾ, ਉਹਨੂੰ ਮੰਨੇਗਾ। ਪੜ੍ਹਨ ਬਾਰੇ ਤਾਂ ਸਾਨੂੰ ਮਨਾ ਕੀਤਾ, ਪੜ੍ਹ ਪੜ੍ਹ ਗੱਡੇ ਲੱਦੀ ਆ, ਦਿਨ ਰਾਤ ਨਹੀਂ ਪੜ੍ਹਨਾ। ਆਪਾਂ ਜੋ ਪੜ੍ਹਨਾ ਹੈ ਉਹਨੂੰ ਮੰਨਣਾ ਹੈ। ਸੁਣਿਆ ਮੰਨਿਆ, ਮਨ ਕੀਤਾ ਭਾਉ, ਅੰਤਰਗਤ ਤੀਰਥ ਮਲ ਨਉ। ਮੰਨੇ ਕੀ ਗਤ ਕਹੀ ਨਾ ਜਾਏ, ਜੇ ਕੋ ਕਹੈ ਪਿੱਛੇ ਪਛਤਾਏ। ਸਾਨੂੰ ਮੰਨਣ ਵਾਸਤੇ ਕਿਹਾ, ਉਹਨੂੰ ਵਿਚਾਰਨ ਕੇ, ਮੰਨ ਕੇ ਔਰ ਉਹ 'ਤੇ ਅਮਲ ਕਰਕੇ ਆਪਣਾ ਜੀਵਨ ਵੀ ਵੈਸਾ ਹੀ ਬਣਾ ਲਓ, ਤਾਂ ਸਾਨੂੰ ਫਾਇਦਾ ਹੈ। ਹੁਣ ਅਸੀਂ ਕੀ ਕੀਤਾ ਹੈ, ਗੁਰਬਾਣੀ ਤਾਂ ਲਈ, ਪੜ੍ਹਨ ਵਾਸਤੇ ਮਨਾ ਕੀਤਾ ਹੈ। ਕਿਸੇ ਵੀ ਧਾਰਮਿਕ ਸਥਾਨ 'ਤੇ ਚਲੇ ਜਾਓ, ਕਿਸੇ ਡੇਰੇ ਚਲੇ ਜਾਓ, ਤੁਸੀਂ ਆਪਣੇ ਘਰ ਕੋਈ 2 ਘੰਟੇ ਦਾ ਪਾਠ ਵਗੈਰਾ ਰਖਾਓਗੇ, ਤੁਹਾਡਾ ਫ੍ਰੀ ਨਹੀਂ ਹੋ ਸਕਦਾ। ਕਿਉਂ ਫ੍ਰੀ ਨਹੀਂ ਹੋ ਸਕਦਾ? ਤੁਹਾਨੂੰ ਉਹਦੇ ਵਾਸਤੇ ਮਾਇਆ ਦੇਣੀ ਪਏਗੀ। ਇੱਕ ਬਿਜ਼ਨਸ ਹੋ ਗਿਆ, ਇੱਕ ਧੰਦਾ ਹੋ ਗਿਆ। ਪਰ ਸਾਡੇ ਪੁਰਖਿਆਂ ਨੇ ਐਸਾ ਨਹੀਂ ਕੀਤਾ।
ਕਬੀਰ ਜੀ ਨੇ ਨਾਲੇ ਬਾਣੀ ਉਚਾਰੀ, ਪੈਸਾ ਨਹੀਂ ਲਿਆ। ਬਾਣੀ 'ਚ ਕੀ ਕਹਿਤਾ? ਗੁਰ ਪੀਰ ਸਦਾਏ ਮੰਗਣ ਜਾਏ, ਤਾਕੇ ਮੂਲ ਨ ਲਾਗੋਂ ਪਾਏ, ਘਾਲ ਖਾਏ ਕਿ ਛੱਥੋਂ ਦੇ, ਨਾਨਕ ਰਾਹ ਪਛਾਣੇ ਸੇ। ਤੇ ਜਿਹੜੇ ਹੱਕ ਹਲਾਲ ਦੀ ਆਪ ਮਿਹਨਤ ਕਰਦਾ ਤੇ ਮਿਹਨਤ ਕਰਨ ਤੋਂ ਬਾਅਦ ਫਿਰ ਦਿੰਦਾ, ਕਿਸੇ ਨੂੰ ਮੰਗੇ ਨਾ, ਕਹਿੰਦਾ ਉਹ ਰਾਹ ਪਛਾਣ ਸਕਦਾ ਹੈ। ਹੁਣ ਆਪਾਂ ਗੱਲ ਕਰਨੀ ਸੀ ਜੀ ਹਰਨੇਕ ਨੇਕੀ ਜੀ ਦੀ। ਹਰਨੇਕ ਨੇਕੀ ਜੀ ਕੋਈ ਗੁਰਬਾਣੀ ਦਾ ਗਿਆਤਾ ਨਹੀਂ। ਠੀਕ ਹੈ, ਉਹ ਮਤਲਬ ਜਿਹੜਾ ਕਿ ਪਖੰਡਵਾਦ ਹੈ ਉਸ ਨੂੰ ਥੋੜ੍ਹੀ ਠੱਲ ਪਾਉਣ ਦੀ ਕੋਸ਼ਿਸ਼ ਜ਼ਰੂਰ ਕਰ ਰਹੇ ਨੇ, ਕਿਉਂਕਿ ਸਾਡੇ ਸਿੱਖ ਸਮਾਜ ਦੇ ਅੰਦਰ, ਧਾਰਮਿਕ ਸਮਾਜ ਦੇ ਅੰਦਰ ਇੰਨੀ ਕਰੂਤੀਆਂ ਪੈ ਗਈਆਂ। ਜਣਾ ਖਣਾ ਸੰਤ ਬਣ ਕੇ ਬੈਠ ਗਿਆ, ਜਣਾ ਖਣਾ ਬਾਬਾ ਬਣ ਕੇ ਬੈਠ ਗਿਆ। ਆਪਾਂ ਇੱਥੇ ਤੱਕ ਵੀ ਦੱਸਤਾ ਕਿ ਮਹਾਰਾਜਾ ਰਣਜੀਤ ਸਿੰਘ ਦਾ ਘੋੜਾ ਲੰਘਦਾ ਅਟਕ ਦਰਿਆ ਦੇ ਵਿੱਚ ਦੀ, ਕਹਿੰਦਾ ਅੱਧਾ ਪਾਣੀ ਇੱਧਰ ਖੜ ਗਿਆ, ਅੱਧਾ ਇੱਧਰ ਖੜ ਗਿਆ, ਦੋਨੋਂ ਪਾਸੇ ਖੜ ਗਿਆ ਪਾਣੀ। ਤਾਂ ਮਹਾਰਾਜਾ ਰਣਜੀਤ ਸਿੰਘ ਨੇ ਪਾਣੀ ਖੜਾਤਾ ਤੇ ਫੌਜ ਲੰਘਾਤੀ। ਜੇ ਮਹਾਰਾਜਾ ਰਣਜੀਤ ਸਿੰਘ ਇੰਨਾ ਤਕੜਾ ਸੀ, ਸ਼ਕਤੀਸ਼ਾਲੀ ਸੀ, ਇਤਨੀ ਬਖਸ਼ਿਸ਼ ਸੀ ਉਸ 'ਤੇ, ਤਾਂ ਆਪਾਂ ਸਰ ਉਸੇ ਇਤਿਹਾਸ ਪੜ੍ਹਦੇ ਹਾਂ ਕਿ 10ਵੇਂ ਪਾਤਸ਼ਾਹ ਦਾ ਪਰਿਵਾਰ ਸਰਸਾ ਵਿੱਚ ਨੂੰ ਲੰਘਿਆ, ਪਿੱਛੇ ਫੌਜ ਲੱਗੀ ਹੋਈ ਆ, ਕੀ ਹਾਲ ਹੋਇਆ? ਉਸ ਵੇਲੇ ਤਾਂ ਪਾਣੀ ਨਹੀਂ ਖੜਿਆ। ਤੇ ਸਾਨੂੰ ਵਿਚਾਰ ਕਰਨਾ ਚਾਹੀਦਾ ਹੈ, ਸੋਚਣਾ ਚਾਹੀਦਾ ਹੈ। ਤੇ ਉਹਦੇ ਵਿੱਚ ਹੀ ਨਹੀਂ ਸਕਤੀ। ਫਿਰ ਮਹਾਰਾਜਾ ਰਣਜੀਤ ਸਿੰਘ ਇੱਕ ਮੁਸਲਮਾਨਣੀ ਮੋਹਰਾਂ ਨਾਲ, ਨੱਚਣੇ ਵਾਲੀ ਨਾਲ ਵਿਆਹ ਕਰਾ ਲੈਂਦਾ, ਨਿਕਾਹ ਕਰਦਾ ਹੈ। ਉਹਦੇ ਵਿੱਚ ਇੰਨੀ ਸ਼ਕਤੀ ਆ ਗਈ। ਫਿਰ ਨਾਨਕ ਜੀ, ਦਸ਼ਮੇਸ਼ ਜੀ ਤਾਂ ਕਿਤੇ ਇੰਨੀ ਸ਼ਕਤੀ ਦਿਖਾਈ ਨਹੀਂ, ਕਬੀਰ ਜੀ ਤਾਂ ਦਿਖਾਈ ਨਹੀਂ ਇੰਨੀ ਸ਼ਕਤੀ ਵੀ ਉਹਨਾਂ ਨੇ ਕਿਤੇ ਪਾਣੀ ਰੋਕਤਾ। ਤੋ ਇਹ ਜਿਹੜੀ ਗੱਲਾਂ 'ਤੇ ਨੇਕੀ ਜੀ ਗੱਲ ਕਰ ਰਹੇ ਨੇ, ਉਹ ਉਹਨਾਂ ਦੀ ਸਰਾਹਣਯੋਗ ਹੈ। ਪਰ ਆਪਾਂ ਇਹਨਾਂ ਗੱਲਾਂ 'ਚ ਨਾ ਪੈਂਦੇ ਹੋਏ ਆਪਾਂ ਗੱਲ ਕਰਨੀ ਹੈ ਕਿਸਦੀ? ਗੁਰਬਾਣੀ ਸਾਡੇ ਕੋਲ ਅਨਮੋਲ ਹੈ। ਗੁਰਬਾਣੀ ਸਾਡੇ ਕੋਲ ਊਚ ਤੇ ਉੱਚੀ ਹੈ, ਸੁੱਚੀ ਹੈ। ਤੋ ਸਾਡੀ ਜਿਹੜੀ ਬੇਨਤੀ ਹੈ ਕਿ ਜਿਹੜਾ ਦਸਮ ਗ੍ਰੰਥ ਹੈ ਔਰ ਸਾਡਾ ਆਦਿ ਗ੍ਰੰਥ ਹੈ, ਇਹ ਦੋਨੋਂ ਸਾਡੇ ਪੁਰਖਿਆਂ ਦੇ ਲਿਖੇ ਹੋਏ ਨੇ। ਕੁਛ ਲੋਕ ਕਹਿਣਗੇ ਜੀ ਆਦਿ ਗ੍ਰੰਥ ਨਹੀਂ ਲਿਖਿਆ ਵਾ। ਇੱਕ ਮੈਂ ਵੀਡੀਓ ਸੁਣ ਰਿਹਾ ਸੀ, ਭਾਈ ਸਾਹਿਬ ਨੇ ਵੀ ਸੁਣੀ ਹੈ, ਅਤੇ ਇੱਕ ਆਪਾਂ ਵੀਡੀਓ ਸੁਣ ਰਹੇ ਸੀ ਜਿਹ 'ਚ ਉਹ ਕਹਿ ਰਹੇ ਕਿ ਜਿਹੜਾ ਦਸਮ ਗ੍ਰੰਥ ਦੇ ਵਿੱਚ ਤਿਰਿਆ ਚਰਿੱਤਰ ਦੇ ਅੰਦਰ ਹੈ, ਉਹ ਜਨਾਨੀ ਅਤੇ ਪੁਰਸ਼ ਦੀ ਗੱਲ ਲਿਖੀ ਹੋਈ ਹੈ। ਹਾਲੇ ਹਰਨੇਕ ਨੇਕੀ ਜੀ ਦੀ ਇੰਨੀ ਬੁੱਧੀ ਨਹੀਂ, ਇੰਨੀ ਦਿਵ ਦ੍ਰਿਸ਼ਟੀ ਨਹੀਂ ਖੁੱਲ੍ਹੀ ਕਿ ਇਹਦੇ ਵਿੱਚ ਇਹਨੂੰ ਕਲੀਅਰ ਕਰ ਪਾਏ। ਜਿਹੜਾ ਗੁਰਬਾਣੀ ਪੜ੍ਹ ਕੇ ਵੀ ਦੇਹ ਨਾਲ ਜੁੜਦਾ ਹੈ, ਜਿਹੜਾ ਗੁਰਬਾਣੀ ਪੜ੍ਹ ਕੇ ਵੀ ਇਸ ਮਿੱਟੀ ਦੇ ਦੇਹ ਦੀ ਗੱਲ ਕਰਦਾ ਹੈ, ਉਹਨੂੰ ਹਾਲੇ ਗੁਰਬਾਣੀ ਜਾਣੀ ਹੋਈ ਨਹੀਂ। ਉਹ ਇਸਤਰੀ ਔਰ ਪੁਰਖ 'ਚ ਫਰਕ ਨਜ਼ਰ ਆਏਗਾ। ਇੱਥੇ ਗੱਲ ਕਰ ਰਹੇ ਨੇ ਬੁੱਧੀ ਦੀ, ਵਿਵੇਕ ਬੁੱਧ ਦੀ, ਇੱਕ ਦੁਸ਼ਟ ਬੁੱਧੀ ਦੀ। ਦਸ਼ਮੇਸ਼ ਜੀ ਉਸ ਦੀ ਗੱਲ ਕਰ ਰਹੇ ਨੇ। ਤਿਰਿਆ ਦਾ ਮਤਲਬ ਬੁੱਧੀ, ਚਰਿੱਤਰ ਕਰਦੀ ਹੈ। ਕਿੱਦਾਂ ਦੇ ਚਰਿੱਤਰ ਕਰਦੀ ਹੈ? ਉਹ ਕਿਸ ਤਰ੍ਹਾਂ ਦੇ ਚਰਿੱਤਰ ਕਰਦੀ ਹੈ ਬੁੱਧੀ? ਉਹ ਦਸਮ ਪਾਤਸ਼ਾਹ ਜੀ ਉਸ ਬਿਆਨ ਕਰਕੇ ਦੱਸ ਰਹੇ ਨੇ ਕਿਹਨਾਂ ਵਾਸਤੇ? ਜਿਨ੍ਹਾਂ ਨੇ ਆਦ ਨੂੰ ਜਾਣ ਲਿਆ, ਅਕਾਲ ਉਸਤਤ ਪੜ੍ਹ ਲਈ, ਸਵਈਏ ਜਾਣ ਲਏ, ਔਰ ਜਿਨ੍ਹਾਂ ਨੇ ਉਸ 'ਤੇ ਅਮਲ ਕਰ ਲਿਆ, ਉਹ ਉਸ ਲੈਵਲ ਤੱਕ ਪੜ੍ਹ ਸਕਦੇ ਨੇ। ਇਸੇ ਕਰਕੇ ਤਿਰਿਆ ਚਰਿੱਤਰ ਵਗੈਰਾ ਲਾਸਟ 'ਚ ਲਿਖੇ ਹੋਏ ਨੇ। ਕਿਉਂ? ਉਹਨਾਂ ਵਾਸਤੇ ਲਿਖੇ ਨੇ। ਜਿੱਦਾਂ ਬਾਣੀ ਹੈ ਸਾਡੇ ਕੋਲ, ਚੰਡੀ ਹੈ, ਔਰ ਦਸਮ ਗ੍ਰੰਥ ਸਾਡੇ ਕੋਲ ਢਾਲ ਹੈ। ਉਹ ਸਾਡੇ ਕੋਲ ਢਾਲ ਹੈ। ਜਿਹੜੇ ਲੋਕ ਕਿੰਤੂ ਪਰੰਤੂ ਕਰਦੇ ਨੇ, ਸੱਚ ਨੂੰ ਜਾਣਨ ਦੀ ਕੋਸ਼ਿਸ਼ ਨਹੀਂ ਕਰਦੇ, ਯਾਨੀ ਕਿ ਸੱਚ ਨੂੰ ਵੀ ਨੀਵਾਂ ਦਿਖਾਉਣ ਦੀ ਕੋਸ਼ਿਸ਼ ਨਹੀਂ ਕਰਦੇ। ਸੱਚ ਕਦੇ ਛੁਪਦਾ ਨਹੀਂ, ਸੱਚ ਕਦੇ ਦਬਦਾ ਨਹੀਂ, ਸੱਚ ਕਦੇ ਝੁਕਦਾ ਨਹੀਂ। ਸੱਚ ਤੱਤੀ ਤਵੀ 'ਤੇ ਬੈਠ ਸਕਦਾ ਹੈ, ਸੱਚ ਦੇਗਾਂ 'ਚ ਉਬਲ ਸਕਦਾ ਹੈ, ਸੱਚ ਸੀਸ ਲਹਾ ਸਕਦਾ ਹੈ, ਸੱਚ ਹਾਥੀਆਂ ਦੇ ਥੱਲੇ ਸਿੱਟਿਆ ਜਾ ਸਕਦਾ ਹੈ, ਪਰ ਝੁਕਿਆ ਨਹੀਂ ਸੱਚ, ਕਿਉਂਕਿ ਸੱਚ ਨਾਲ ਪਰਮੇਸ਼ਵਰ ਆਪ ਖੜਦਾ ਹੈ। ਜਿਹੜੇ
ਨੇਕੀ ਜੀ ਜਦੋਂ ਗੁਰਬਾਣੀ ਨੂੰ ਜਾਣ ਲੈਣਗੇ, ਸਮਝ ਲੈਣਗੇ, ਉਹਨਾਂ ਦਾ ਜਿਹੜਾ ਫਿਰ ਅੰਦਰੋਂ ਜਿਹੜਾ ਭਰਮ ਹੈ ਉਹ ਨਾਸ਼ ਹੋ ਜਾਏਗਾ। ਗੁਰ ਪ੍ਰਸਾਦ ਭਰਮ ਕਾ ਨਾਸ਼। ਅਤੇ ਉਹ ਜਿਹੜੇ ਨਾ ਉਹਨੂੰ ਮਤਲਬ ਸਮਝ ਲੈਣਗੇ। ਅਗਰ ਦਸਮ ਪਾਤਸ਼ਾਹ ਹੀ ਇੱਕ ਬਾਣੀ ਉਚਾਰਨ ਕਰ ਰਹੇ ਨੇ, ਉਹ ਐਡੇ ਵੱਡੇ ਪੁਰਸ਼ ਜਿਨ੍ਹਾਂ ਨੇ ਆਪਣਾ ਪਰਿਵਾਰ ਵਾਰਤਾ, ਕਿਆ ਉਹ ਅਸ਼ਲੀਲ ਗੱਲਾਂ ਸਾਡੇ ਲਈ ਲਿਖਣਗੇ ਜਾਂ ਸਾਨੂੰ ਦੱਸ ਕੇ ਜਾਣਗੇ? ਉਹ ਸਾਨੂੰ ਉਹ ਗੱਲਾਂ ਦੱਸੀ ਨੇ ਉਹਨਾਂ ਨੇ ਵੀ ਕਿਤੇ ਆਉਣ ਵਾਲੇ ਜਿਹੜੇ ਗੁਰਬਾਣੀ ਨੂੰ ਆਦਿ ਨੂੰ ਮੰਨਣਗੇ ਔਰ ਦਸਮ ਨੂੰ ਮੰਨਣਗੇ, ਉਹ ਕਿਤੇ ਕਿਸੇ ਕਿੱਚੜ 'ਚ ਨਾ ਗਿਰ ਜਾਣ, ਕਿਸੇ ਵਾਸਨਾ 'ਚ ਨਹੀਂ ਬਹਿ ਜਾਣ। ਉਹਨਾਂ ਜਿੱਦਾਂ ਡਾਕਟਰ ਆਪਰੇਸ਼ਨ ਕਰਦਾ ਸਾਰੇ ਅੰਗਾਂ ਦਾ ਆਪਰੇਸ਼ਨ ਕਰਦਾ ਹੈ, ਉਹਦੇ ਲਈ ਉਹ ਬੋਡੀ ਹੈ, ਡਾਕਟਰ ਲਈ ਉਹ ਬੋਡੀ ਹੈ, ਕੋਈ ਵਿਸ਼ੇ ਵਿਕਾਰ ਨਹੀਂ। ਇਸੇ ਤਰ੍ਹਾਂ ਆਪਾਂ ਨੇ ਗੁਰਬਾਣੀ ਜਿਹੜੇ ਵੱਡੇ ਡਾਕਟਰ ਨੇ ਉਹ ਇੱਕ ਬੋਡੀ ਨੂੰ ਡਾਕਟਰ ਦੀ ਨਿਗਾਹ ਨਾਲ ਦੇਖਦੇ ਨੇ, ਨਾ ਕਿ ਇੱਕ ਵਿਸ਼ੇ ਵਿਕਾਰ ਵਾਲੀ ਨਿਗਾਹ ਨਾਲ ਦੇਖਦੇ ਨੇ। ਇਹ ਸਮਝ ਕਦ ਆਏਗੀ? ਜਦੋਂ ਆਪਾਂ ਮੰਨੇ ਕੀ ਗਤ ਕਹੀ ਨਾ ਜਾਏ, ਜੇ ਕੋ ਕਹੈ ਪਿੱਛੇ ਪਛਤਾਏ। ਜਿਹੜਾ ਸਾਡੀ ਬੋਡੀ ਹੈ, ਇਹ ਬੋਡੀ ਹੈ ਸਰੀਰ, ਇਹਦੇ ਲਈ ਅਸ਼ਲੀਲ ਵੀ ਹੁੰਦਾ ਹੈ, ਪਰ ਜਿਨ੍ਹਾਂ ਨੇ ਸਰੀਰ ਦਾ ਲੈਵਲ, ਜਿਨ੍ਹਾਂ ਨੇ ਸਰੀਰ ਤੋਂ ਛੱਡ ਕੇ ਆਤਮਿਕ ਲੈਵਲ 'ਤੇ ਚਲੇ ਗਏ, ਉਹਨਾਂ ਵਾਸਤੇ ਕੋਈ ਅਸ਼ਲੀਲ ਨਹੀਂ ਹੈਗਾ। ਉਹਨਾਂ ਵਾਸਤੇ ਕੋਈ ਵੀ ਐਸੀ ਸਰੀਰ ਦਾ ਅੰਗ ਨਹੀਂ ਹੈਗਾ ਜਿਹਨੂੰ ਆਪਾਂ ਇੱਕ ਦੁਰਭਾਵ ਨਿਗਾਹ ਨਾਲ ਦੇਖਿਆ ਜਾ ਸਕੇ। ਇਹ ਤਾਂ ਬੰਦਾ ਹੁਣ, ਜਿਸ ਵੇਲੇ ਬੰਦਾ ਇਹਨੂੰ ਗਿਆਨ ਨਹੀਂ ਸੀ, ਇਹ ਨੰਗਾ ਹੀ ਘੁੰਮਦਾ ਸੀ। ਜਿਸ ਵੇਲੇ ਇਸ ਬੰਦੇ ਨੂੰ ਇੰਨੀ ਸਮਝ ਨਹੀਂ ਸੀ, ਗਿਆਨ ਨਹੀਂ ਸੀ, ਨੰਗਾ ਘੁੰਮਦਾ ਸੀ। ਉਸ ਵੇਲੇ ਅਸ਼ਲੀਲ ਕੀ ਹੈ? ਉਹਨਾਂ ਵਾਸਤੇ ਕੋਈ ਅਸ਼ਲੀਲ ਹੀ ਨਹੀਂ, ਜਾਨਵਰਾਂ ਵਾਸਤੇ ਕੋਈ ਅਸ਼ਲੀਲ ਹੀ ਨਹੀਂ, ਆਦੀਵਾਸੀਆਂ ਵਾਸਤੇ ਕੋਈ ਅਸ਼ਲੀਲ ਹੀ ਨਹੀਂ। ਇਹ ਤਾਂ ਸਾਡੀ ਬਣਤ ਹੈ ਨਾ। ਦਸਮ ਪਾਤਸ਼ਾਹ ਦਾ ਉਹ ਉੱਚ ਲੈਵਲ ਉੱਠਿਆ ਹੋਇਆ ਹੈ, ਉਹਨਾਂ ਦਾ ਉੱਚ ਹੈ। ਉਹ ਤਾਂ ਪਹਿਲਾਂ ਹੀ ਕਹਿ ਰਹੇ, ਮੈਂ ਹੂੰ ਪਰਮ ਪੁਰਖ ਕੋ ਦਾਸਾ, ਦੇਖਣ ਆਇਓ ਜਗਤ ਤਮਾਸ਼ਾ। ਮੈਂ ਤਾਂ ਜਗਤ ਤਮਾਸ਼ਾ ਦੇਖਣ ਆਇਆ। ਅਤੇ ਉਹ ਸਾਨੂੰ ਇਹੋ ਜਿਹੀ ਗੱਲਾਂ ਵਿੱਚ ਨਹੀਂ ਡੁਬਾਉਣਗੇ, ਉਹ ਤਾਂ ਸਾਨੂੰ ਇਹਨਾਂ ਤੋਂ ਉੱਪਰ ਉਠਾਉਣਗੇ। ਮੈਂ ਦਾਸ ਕੋਈ ਮੋਹ ਬਸ ਜਾਂ ਮਮਤਾ ਬਸ ਉੱਦਾਂ ਨਹੀਂ ਕਹਿ ਰਿਹਾ ਕਿ ਆਪਾਂ ਉਹਨਾਂ ਨੂੰ ਜ਼ਿਆਦਾ ਵੀ ਵਡਿਆਈ ਦੇ ਰਹੇ ਹਾਂ, ਕਿਉਂਕਿ ਦਸ਼ਮੇਸ਼ ਜੀ ਵੀ ਵਡਿਆਈ ਕਿਹਦੀ ਦੇ ਰਹੇ ਨੇ? ਪਰਮ ਪੁਰਖ ਕੀ, ਪਰਮੇਸ਼ਵਰ ਕੀ। ਨਾਨਕ ਜੀ ਕਿਹਦੀ ਵਡਿਆਈ ਕਰ ਰਹੇ ਨੇ? ਵੱਡੇ ਕੀਆਂ ਵਡਿਆਈਆਂ। ਨਾਨਕ ਜੀ ਤਾਂ ਕਹਿ ਰਹੇ, ਕੋਈ ਨਹੁ ਨਾ ਜਾਣੇ ਮੇਰਾ ਕਹੋ ਨਾਨਕ ਸਭ ਤੇਰੀ ਵਡਿਆਈ। ਉਹ ਤਾਂ ਪਰਮੇਸ਼ਵਰ ਦੀ ਵਡਿਆਈ ਕਰ ਰਹੇ ਨੇ। ਇਸੀ ਕਰਕੇ ਦਸ਼ਮੇਸ਼ ਪਾਤਸ਼ਾਹ ਨੇ ਜਦੋਂ ਪੁੱਛਿਆ ਕਿ ਆਪ ਜੀ ਦਾ ਗੁਰੂ ਕੌਣ ਹੈ, ਉਹਨਾਂ ਨੇ ਨਹੀਂ ਕਿਹਾ ਕਿ ਤੇਗ ਬਹਾਦਰ ਗੁਰੂ ਹੈ ਮੇਰਾ ਜਾਂ ਨਾਨਕ ਜੀ ਗੁਰੂ ਹੈ ਮੇਰਾ, ਨਹੀਂ। ਦੇ ਕਰਕੇ ਸਭ ਕੱਟਤਾ। ਉਹਨਾਂ ਆਪ ਜੀ ਨੇ ਕੀ ਕਿਹਾ? ਆਦ ਅੰਤ ਇੱਕ ਹੈ ਅਵਤਾਰਾ, ਸੋਈ ਗੁਰੂ ਸਮਝਿਓ ਹਮਾਰਾ। ਨਮਸਕਾਰ ਤਿਸੀ ਕੋ ਹਮਾਰੀ, ਸਕਲ ਪ੍ਰਜਾ ਜਿਨ ਆਪ ਸਵਾਰੀ। ਕਹਿੰਦਾ ਉਹ ਸਾਡਾ ਗੁਰੂ ਹੈ ਜਿਹੜਾ ਜੰਮਦਾ ਮਰਦਾ ਨਹੀਂ, ਚਾਰ ਦਾਗ ਅੰਦਰ ਨਹੀਂ ਆਉਂਦਾ। ਸਤਿਗੁਰ ਮੇਰਾ ਸਦਾ ਸਦਾ, ਨਹੀਂ ਆਵੇ ਨਹੀਂ ਜਾਏ। ਉਹ ਅਬਨਾਸੀ ਪੁਰਖ ਹੈ, ਸਭ ਮੇਰੇ ਹਸਮਾਏ। ਕਹਿੰਦਾ ਉਹ ਅਬਨਾਸੀ ਹੈ, ਉਹ ਸਭ ਕੇ ਅੰਦਰ ਸਮਾਇਆ ਆ। ਜਿਹੜਾ ਉਸ ਨਾਲ ਜੁੜ ਗਿਆ ਉਹ ਵਿਸ਼ੇ ਵਿਕਾਰ ਦੀ ਗੱਲ ਕਰੇਗਾ, ਉਹ ਆਸਾ ਤ੍ਰਿਸ਼ਨਾ ਵਾਸ਼ਨਾ 'ਚ ਫਸੇਗਾ। ਉਹਦਾ ਕਿੰਨਾ ਲੈਵਲ ਆ। ਇਸ ਕਰਕੇ ਜਿਹੜੇ ਹਰਨੇਕ ਨੇਕੀ ਜੀ ਨੇ ਉਹ ਕੁਛ ਗੱਲ ਤਾਂ ਸਹੀ ਕਰ ਰਹੇ ਨੇ, ਪਰ ਮੇਰੀ ਉਹਨਾਂ ਨੂੰ ਬੇਨਤੀ ਹੈ ਕਿ ਭਾਈ ਸਾਹਿਬ ਜੀ, ਆਪਣਾ ਜਿਹੜਾ ਬੁੱਧ ਲੈਵਲ ਹੈ ਉਹਨੂੰ ਉੱਪਰ ਚੱਕੋ, ਉੱਚਾ ਚੱਕੋ। ਨਹੀਂ ਕਮੀ ਬਾਣੀ 'ਚ ਹੈ, ਬਾਣੀ 'ਚ ਕੋਈ ਕਮੀ ਨਹੀਂ ਹੈਗੀ। ਹਾਂ, ਸਾਡੇ ਵਿਚਾਰਨ 'ਚ ਕਮੀ ਹੋ ਸਕਦੀ ਹੈ, ਸਾਡੀ ਬੋਧਤਾ 'ਚ ਕਮੀ ਹੋ ਸਕਦੀ ਹੈ, ਸਾਡੀ ਆਪਣੀ ਸਮਝ 'ਚ ਕਮੀ ਹੋ ਸਕਦੀ ਹੈ। ਸਾਨੂੰ ਨਹੀਂ ਵਿਚਾਰਨੀ ਆਉਂਦੀ, ਅਸੀਂ ਕੋਈ, ਸਾਨੂੰ ਟੀਚਰ ਨੇ ਕੋਈ ਫਾਰਮੂਲਾ ਲਾ ਕੇ ਕੋਈ ਸਮਝਾਇਆ ਹੈ, ਸਾਡੇ ਉਸ ਸਮਝਣ 'ਚ ਕਮੀ ਹੈ। ਤਾਂ ਇਸ ਕਰਕੇ ਇਹਨਾਂ ਚੀਜ਼ਾਂ ਦੇ ਕਿੰਤੂ ਪਰੰਤੂ ਨਾ ਕਰਕੇ ਆਪਾਂ ਉੱਚ ਗਿਆਨ ਨਾਲ
ਜਿੱਦਾਂ ਤੁਸੀਂ ਪ੍ਰਚਾਰ ਕਰ ਰਹੇ ਹੋ, ਬਹੁਤ ਵਧੀਆ ਪ੍ਰਚਾਰ ਕਰ ਰਹੇ ਹੋ, ਬਹੁਤ ਵਧੀਆ ਹੋਰ ਪ੍ਰਚਾਰ ਕਰ ਸਕਦੇ ਹੋ। ਸੱਚ ਨੂੰ ਜਾਣੋ, ਸੱਚ ਨੂੰ ਸਮਝੋ ਔਰ ਸੱਚ ਲੈਵਲ ਨੂੰ ਉੱਤੇ ਲੈ ਕੇ ਜਾਓ, ਤਾਂ ਕਿ ਜਾਗਰਤੀ ਆਵੇ ਔਰ ਇਸ ਭਰਮ ਦਾ ਨਾਸ ਹੋਏ, ਜਿਹਨੂੰ ਕਿਹਾ ਗੁਰ ਪ੍ਰਸਾਦ। ਜਿਹੜਾ परमेश्वर गुरु है, गुरु परमेश्वर एक हो जान, उसकी दया, उसकी प्रसाद, उसका ज्ञान रूपी प्रसाद भरम का नाश, वो भरम का नाश करेगा। तो ना कि इन्हां बहस मासियां ਨੂੰ ਛੱਡ ਕੇ ਆਪਾਂ ਉੱਚ ਲੈਵਲ ਕਰੀਏ। ਜਦ ਸਾਡਾ ਜੀਵਨ ਵੱਡਾ ਹੋਏਗਾ, ਜਿਹੜੇ ਸਾਡੇ ਨਾਲ ਆਸ-ਪਾਸ ਬੈਠਣਗੇ ਰਹਿਣਗੇ, ਉਹਨਾਂ ਦਾ ਵੀ ਜੀਵਨ ਉੱਚਾ ਹੋ ਜਾਏਗਾ। ਉਹ ਵੀ ਉੱਚੇ, ਉਹ ਫਿਰ ਕੈਸੇ ਸਿੱਖ ਬਣਨਗੇ, ਕੈਸੇ ਸੇਵਕ ਬਣਨਗੇ, ਕੈਸੇ ਗੁਰਬਾਣੀ ਪੜ੍ਹਨ ਵਾਲੇ ਬਣਨਗੇ। ਗੁਰ ਕਿਹਾ ਸਾ ਹੁਕਮ ਕਮਾਵੇ, ਕਹਿੰਦਾ ਜੋ ਕਿਹਾ ਗੁਰ ਪਰਮੇਸ਼ਰ ਦਾ ਹੁਕਮ ਹੈ ਉਹ ਮੰਨਣਗੇ, ਉਹ ਮੰਨਣਗੇ, ਉਹ ਹੋਣਗੇ ਜਿਹੜੇ ਬਾਣੀ ਜੋ ਪੜ੍ਹੀ ਸੋ ਮੰਨ ਲਈ। ਉਹ ਨਹੀਂ ਕਿ ਬਾਣੀ ਦਾ ਪੜ੍ਹ ਲਈ, 1000 ਵਾਰੀ ਗ੍ਰੰਥ ਨੂੰ ਪੜ੍ਹ ਲਿਆ ਪਰ ਮੰਨਿਆ ਤਾਂ ਇੱਕ ਵਾਰੀ ਵੀ, ਅਰਥ ਸਾਨੂੰ ਸਮਝ ਹੀ ਨਹੀਂ ਲੱਗੀ ਕੋਈ। ਆਪਾਂ ਜਿੰਤਾ ਪੜਿਆ ਤੇਤਾ ਕੜਿਆ, ਉਹ ਤੇ ਚੱਲਣਾ ਆਪਾਂ। ਸੋ ਭਾਈ ਸਾਹਿਬ ਜੀ ਨੂੰ ਦਾਸ ਦੀ ਬੇਨਤੀ ਹੈ ਕਿ ਜਿਹੜੀ ਇਹ ਗੱਲਾਂ ਕਰਦੇ ਨੇ ਵੀ ਉੱਥੇ ਜਨਾਨੀ ਦੇ ਐਂ ਕੱਪੜੇ ਲਾਏ ਆ ਜੀ, ਐਂ ਕੀਤਾ ਜੀ, ਉਹ ਕੀਤਾ ਜੀ, ਇਸ ਲੈਵਲ ਤੋਂ ਉੱਪਰ ਉੱਠ ਕੇ ਵਿਵੇਕ ਜਗਾ ਕੇ ਔਰ ਆਪਣੇ ਅੰਦਰ ਉਹ ਜਜ਼ਬ ਵੀ ਲਿਆਈਏ ਕਿ ਪਹਿਲਾਂ ਆਪ ਸਵਾਰੇ ਮੈਂ ਮਿਲੇ। ਆਪ ਤਾਂ ਸਵਾਰਿਆ ਨਹੀਂ, ਬੈਠ ਕੇ ਪ੍ਰਚਾਰ ਕਰਨ। ਕਹਿੰਦਾ ਆਪ ਸਵਾਰੇ, ਕਹਿੰਦਾ ਮੈਂ ਮਿਲਿਆ ਸੁਖ ਹੋਏ, ਕਹਿੰਦਾ ਜੇ ਤੂੰ ਮੇਰਾ ਹੋਏ ਰਹਿ ਤਾਂ ਸਭ ਜਗ ਤੇਰਾ ਹੋਏ। ਤਾਂ ਇੱਕ ਵਾਰੀ ਬਣ ਕੇ ਤਾਂ ਦੇਖ ਉਹਦਾ, ਜਿਹੜਾ ਸਾਰੀ ਸ੍ਰਿਸ਼ਟੀਆਂ ਚਲਾ ਰਿਹਾ, ਜਿਹੜਾ ਸਭ ਕੁਛ ਕਰ ਰਿਹਾ, ਉਹਦੇ ਨਾਲ ਜੁੜ ਜਾ ਇੱਕ ਵਾਰੀ। ਜਦ ਉਹਦੇ ਨਾਲ ਜੁੜ ਗਏ ਫਿਰ ਆਪ ਜਪੇ ਆਵਰਾ ਨਾਮ ਜਪਾਵੇ, ਆਪ ਜਪੈ ਆਵਰਾ ਨਾਮ ਜਪਾਵੇ। ਹੁਣ ਕੀ ਕਰ ਰਹੇ ਆ? ਕੱਚੀ ਸਰਸੋਂ ਪੀੜ ਕੇ, ਕੱਚੀ ਸਰਸੋਂ ਪੀੜ ਕੇ, ਕਹਿੰਦਾ ਨਾ ਖਲ ਹੋਈ ਨਾ ਤੇਲ ਹੋਇਆ, ਨਾ ਤਾਂ ਉਹਦੀ ਖਲ ਬਣੀ ਨਾ ਤੇਲ ਹੋਇਆ, ਕੱਚੀ ਸਰਸੋਂ ਪੀੜਦੀ ਨਾ। ਇਸ ਤਰ੍ਹਾਂ ਸਾਨੂੰ ਕੱਚਾ ਗਿਆਨ ਹੋਣ ਦੇ ਬਾਵਜੂਦ ਆਪਾਂ ਚਲਾ ਦੇ ਜੀ, ਲੱਗ ਗਏ ਕੀਰਤਨ ਕਰਨ ਜੀ, ਆਪ ਨੂੰ ਪਤਾ ਹੀ ਨਹੀਂ ਕੁਛ। ਮਿੱਠਾ ਕੰਨ ਰਸ, ਕਬੀਰ ਤੋਂ ਲੈ ਕੇ ਰਵਿਦਾਸ ਤੋਂ ਲੈ ਕੇ ਨਾਮਦੇਵ ਤੋਂ ਲੈ ਕੇ ਦਸ਼ਮੇਸ਼ ਤੱਕ ਕਿਸੇ ਨੇ ਹਾਰਮੋਨੀਅਮ ਬਾਜਾ ਨਹੀਂ ਵਜਾਇਆ। ਇਹ ਸਾਡੀ ਮਨ ਘੜਤ ਬਣਾਈਆਂ ਹੋਈਆਂ ਗੱਲਾਂ। ਸਾਨੂੰ ਉਸ ਅੰਤਰ ਕੀਰਤਨ ਨਾਲ ਜੋੜਿਆ, ਅੰਤਰ ਸ਼ਬਦ ਨਾਲ ਜੋੜਿਆ, ਅੰਤਰ ਜੋਤ ਨਿਰੰਤਰ ਬਾਣੀ ਸੱਚੇ ਸਾਹਿਬ ਸਿਉ ਲਿਵਲਾਈ, ਉਹਦੇ ਨਾਲ ਜੋੜਿਆ ਸਾਨੂੰ। ਅਸੀਂ ਤਾਂ ਬਾਹਰ ਹੀ ਕੀਰਤਨ ਲੱਗੇ ਕਰਨ, ਅਸੀਂ ਤਾਂ ਬਾਹਰ ਕੀਰਤਨ ਬਣਾ ਲਏ, ਬਾਹਰ ਕੀਰਤਨ ਕਰ ਰਹੇ ਹਾਂ। ਅਸੀਂ ਤਾਂ ਗੁਰਦੁਆਰੇ ਵੀ ਬਾਹਰ ਬਣਾ ਲਏ। ਸਾਨੂੰ ਅਮਰਦਾਸ ਜੀ ਕਹਿ ਕੇ ਗਏ ਨੇ, ਗੁਫਾ ਅੰਦਰ ਰੱਖ ਕੇ ਪਿਆਰੇ ਵਾਜਾ ਪਵਨ ਵਜਾਇਆ, 9 ਦੁਆਰੇ ਪ੍ਰਗਟ ਕੀਏ 10ਵਾਂ ਗੁਪਤ ਰਖਾਇਆ। ਗੁਰਦੁਆਰੇ ਲਾਈ ਪਾਵਣੀ, ਇੱਕ ਨਾ 10ਵਾਂ ਦੁਆਰ ਦਿਖਾਇਆ, ਉਹ 10ਵਾਂ ਦੁਆਰ ਉੱਥੇ ਗੁਰਦੁਆਰਾ ਹੈ। ਗੁਰਦੁਆਰੇ ਲਾਈ ਭਾਵਣੀ, ਇੱਕ ਨਾ 10ਵਾਂ ਦੁਆਰ ਦਿਖਾਇਆ, ਤਹਿ ਅਨੇਕ ਰੂਪ ਨੌ ਨਵਨਿਧ ਤਿਸ ਦਾ ਅੰਤ ਨਾ ਜਾਈ ਪਾਇਆ। ਕਹਿੰਦਾ ਗੁਫਾ ਅੰਦਰ ਰੱਖ ਕੇ ਪਿਆਰੇ ਵਾਜਾ ਪਵਨ ਵਜਾਇਆ। ਕੋਈ ਕਹੇਗਾ 10ਵਾਂ ਦੁਆਰ ਇੱਥੇ ਆ, ਕੋਈ ਕਹੇਗਾ 10ਵਾਂ ਦੁਆਰ ਇੱਥੇ ਆ। ਇਹ ਸਭ ਲੋਕਾਂ ਨੇ ਪਖੰਡ ਰਲਾਇਆ, ਪਖੰਡ ਮਚਾਇਆ। ਪਖੰਡ ਨੇ ਬਹੁਤਾ ਸ਼ੋਰ ਮਚਾ ਲਿਆ, 250 ਸਾਲ ਹੋ ਗਏ ਇਹ ਪਖੰਡ ਨੇ ਬਹੁਤਾ ਜ਼ੋਰ ਫੜਿਆ। ਅਤੇ ਜਿੰਨੀ ਕੁ ਅੱਜ ਸਿੱਖੀ ਨਿਘਾਰ ਵੱਲ ਚਲੀ ਗਈ ਹੈ, ਸੰਸਾਰ ਦਾ ਕੋਈ ਹੋਰ ਮੱਤ ਨਹੀਂ ਗਈ, ਸਭ ਤੋਂ ਜ਼ਿਆਦਾ ਗਿਰ ਗਈ, ਕਿਉਂਕਿ ਮਾਇਆ ਦੇ ਲਾਲਚੀ ਹੋ ਗਏ। ਸਾਡੇ ਪੁਰਖਿਆਂ ਨੇ ਸਭ ਤੋਂ ਪਹਿਲਾਂ ਗਿਆ ਤਾਂ ਕੀ ਕਰਨਾ ਹੈ? ਮਾਇਆ ਨਹੀਂ ਲੈਣੀ, ਮਾਇਆ ਪਿੱਛੇ। ਮਾਇਆ ਹੋਈ ਨਾਗਣੀ, ਕਹਿਤਾ ਨਾ, ਜਗਤ ਹੀ ਲਪਟਾਏ, ਇਸकी ਸੇਵਾ ਜੋ ਕਰੇ ਤੀਸੀ ਕੋ ਫਿਰ ਖਾਏ। ਪਰ ਅੱਜ ਦਾ ਕੋਈ ਗੁਰਦੁਆਰੇ ਵਾਲਾ ਕਹੋ ਕਿ ਬਗੈਰ ਪੈਸੇ ਤੋਂ ਕੋਈ ਕੰਮ ਕਰਦੇ, ਕੋਈ ਕੀਰਤਨੀ ਜਥਾ ਬੁਲਾਓ, ਕੋਈ ਬਗੈਰ ਪੈਸੇ ਤੋਂ ਕੰਮ ਕਰਦੇ। ਅੱਜ ਦਾ ਕੋਈ ਸੰਤ ਮਹੰਤ ਬੁਲਾਓ, ਕੋਈ ਬਗੈਰ ਪੈਸੇ ਤੋਂ ਕੰਮ ਕਰਦੇ, ਨਿਸ਼ਕਾਮ। ਔਰ ਬਾਣੀ ਕਹਿੰਦੀ ਆ, ਸੇਵਾ ਕਰਤ ਹੋਏ ਨਹਿ ਕਾਮੀ, ਤਿਸਕੋ ਹੋਤ ਪ੍ਰਾਪਤ ਸੁਆਮੀ। ਸਤਰ ਇੰਨਾ ਨੀਚਾ ਗਿਰ ਗਿਆ, ਆਪਾਂ ਗੁਰਬਾਣੀ ਛੱਡਤੀ, ਸਿਰਫ ਪੜ੍ਹਨ ਤੱਕ ਰਹਿ ਗਏ। ਪੜ੍ਹਨ ਬਾਰੇ ਪਹਿਲਾਂ ਕਹਿੰਦਾ ਵੀ ਪਾਠ ਪੜ੍ਹੇ ਔਰ ਵੇਦ ਵਿਚਾਰਿਓ, ਨਵਲ ਭੈਂਗਮ ਸਾਧੇ, ਪੰਚ ਜਨਾ ਸੁ ਸੰਗ ਨਾ ਛੂਟਿਓ ਕਿਓ, ਆਦਿਕ ਬੁੱਧ ਹਮ
ਵਾਦੇ ਪਿਆਰੇ ਇਹ ਬਿਦ ਮਿਲਣ ਨਾ ਜਾਈ। ਕਹਿੰਦਾ ਇਸ ਤਰ੍ਹਾਂ ਨਹੀਂ ਮਿਲਦਾ, ਪੜ੍ਹ ਲਾ ਦਿਨ ਰਾਤ। ਕਹਤਾ ਨਾ ਪੜ੍ਹ ਪੜ੍ਹ ਗੱਡੇ ਲੱਦੀਏ। ਇਹ ਬਿਦ ਮਿਲਣ ਨਾ ਜਾਈ ਮੈਂ ਕੀਏ ਕਰਮ ਅਨੇਕਾਂ। ਕਹਿੰਦਾ ਫਿਰ ਕੀ ਹੋਇਆ, ਹਾਰ ਪਰੇ ਸੁਆਮੀ ਕੇ ਦੁਆਰੇ। ਜਿਹੜਾ ਘਟ ਘਟ ਅੰਦਰ ਬੈਠਿਆ ਕਹਿੰਦਾ ਹਾਰ ਪੜਿਓ ਸੁਆਮੀ ਕੇ ਦੁਆਰੇ। ਕਹਿੰਦਾ ਦੀਜੈ ਬੁੱਧ ਵਿਵੇਕੈ। ਤੋ ਇਸ ਕਰਕੇ ਭਾਈ ਸਾਹਿਬ ਨੇਕੀ ਜੀ ਨੂੰ ਦਾਸ ਕੀ ਬੇਨਤੀ ਹੈ, ਹਰਨੇਕ ਸਿੰਘ ਜੀ ਨੂੰ, ਤੁਸੀਂ ਕੰਮ ਵਧੀਆ ਕਰ ਰਹੇ ਤੇ ਹੋਰ ਵਧੀਆ ਕਰੋ। ਉਹ ਦੀਜੈ ਬੁੱਧ ਵਿਵੇਕਾ ਜਿਹਨੂੰ ਕਬੀਰ ਜੀ ਕਹਿੰਦੇ ਨੇ, ਕਹਿ ਕਬੀਰ ਮੈਂ ਸੋ ਗੁਰ ਪਾਇਓ ਜਾ ਕਾ ਨੌ ਵਿਵੇਕੋ। ਕਹਿੰਦਾ ਮੈਨੂੰ ਉਹ ਗੁਰ ਵਿਵੇਕੀ ਮਿਲ ਜੇ। ਆਪਣਾ ਵਿਵੇਕ बढ़ाओ ਔਰ ਅੱਛਾ ਵਧੀਆ ਪ੍ਰਚਾਰ ਕਰੋ, ਸੱਚ ਨਾਲ ਜੋੜੋ। ਗੁਰਬਾਣੀ ਤੋਂ ਬਾਅਦ ਬਾਣੀ ਨਾਲ ਜੋੜੋ। ਧੁਰ ਕੀ ਬਾਣੀ ਆਈ ਤਿਨ ਸਗਲੀ ਚਿੰਤ ਮਿਟਾਈ। ਆਪਾਂ ਉਹਦੇ ਨਾਲ ਜੁੜੀਏ। ਸੋ ਸਤਿ ਸ੍ਰੀ ਅਕਾਲ। ਤੋ ਸਾਡੀ ਨਮਸਕਾਰ ਹੈ ਸਾਰੇ ਸਰੋਤਿਆਂ ਨੂੰ, ਸਤਿ ਸ੍ਰੀ ਅਕਾਲ ਹੈ। ਤੋ ਭਾਈ ਹਰਨੇਕ ਸਿੰਘ ਜੀ ਨੂੰ ਵੀ ਅੱਜ ਆਪਾਂ ਗੱਲ ਛਿੜੀ ਹੈ, ਅਤੇ ਤੁਹਾਨੂੰ ਵੀ ਸਾਡਾ ਸਤਿ ਸ੍ਰੀ ਅਕਾਲ ਹੈ। ਅਤੇ ਆਪ ਜੀ ਨੂੰ ਬੇਨਤੀ ਵੀ ਹੈ, ਤੁਸੀਂ ਇਹ ਜਿਹੜੀ ਖਿੱਚਾ ਤਾਣੀ ਛੱਡ ਕੇ ਸੱਚ ਨਾਲ ਜੁੜੋ।